ਸ਼੍ਰੀ ਅਕਾਲ ਜੀ। ਕਰੰਸੀ ਨੋਟ ਨਾਮ ਦੇ ਲੜੀਵਾਰ ਦੀ 5ਵੀਂ ਕਹਾਣੀ ਪੇਸ਼ ਹੈ ਜੀ। ਕਹਾਣੀ ਦਾ ਸਿਰਲੇਖ ਹੈ ਰੈਫਰੈਂਡਮ। ਕਰਮ ਸਿੰਘ ਬਲੈਰੋ ਦੀ ਅਗਲੀ ਸੀਟ ਤੇ ਇੱਕ ਸੀਟ ਖਾਲੀ ਛੱਡ ਕੇ ਬੈਠ ਗਿਆ। ਭੂਆ ਦਾ ਮੁੰਡਾ ਜਿੱਦ ਕਰੇ ਕਿ ਮਾਮੇ ਕਰਮੇ ਨਾਲ ਅਗਲੀ ਸੀਟ ਤੇ ਹੀ ਬੈਠਣਾ ਹੈ। ਥੋੜ੍ਹੀ ਦੇਰ ਰੁੱਸ ਕੇ ਬੈਠਾ ਰਿਹਾ। 15 ਕਿਲੋਮੀਟਰ ਜਾਣ ਤੋਂ ਬਾਅਦ ਹੀ ਸੌਂ ਗਿਆ। ਆਥਣੇ 5 ਵਜੇ ਗੱਡੀ ਕੀਰਤਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਰੁਕੀ। ਰੋਟੀ ਪਾਣੀ ਤੋਂ ਬਾਅਦ ਸਾਰੇ ਇੱਕੋ ਕਮਰੇ ਅੰਦਰ ਗੱਦਿਆਂ ਉੱਪਰ ਸੌਂ ਗਏ। ਸਵੇਰੇ 5:30 ਵਜੇ ਨਹਾ ਧੋ ਕੇ ਸਾਰੇ ਫੁੱਲ ਪਾਉਣ ਆਈ ਸੰਗਤ ਨਾਲ ਦਰਬਾਰ ਹਾਲ ਵਿੱਚ ਬੈਠ ਗਏ। ਫੁੱਲ ਦਰਿਆ ਵਿੱਚ ਵਿਸਰਜਨ ਕਰਨ ਤੋਂ ਬਾਅਦ ਸਰੋਵਰ ਵਿੱਚ ਇਸ਼ਨਾਨ ਕਰਕੇ ਗੱਡੀ ਵਾਪਸੀ ਲਈ ਸਟਾਰਟ ਹੋ ਗਈ। ਰਸਤੇ ਵਿੱਚ ਰੁਕ ਰੁਕ ਕੇ ਇਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਦੇ ਕਰਦੇ ਸ਼ਾਮ ਹੋ ਗਈ। ਇੱਕ ਛੋਟੇ ਜਿਹੇ ਕਸਬੇ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਦੇ ਹੋਏ ਫੈਸਲਾ ਹੋਇਆ ਕਿ ਰਾਤ ਇੱਥੇ ਹੀ ਗੁਜ਼ਾਰ ਕੇ ਅਗਲੇ ਦਿਨ ਸਵੇਰੇ ਚੱਲਿਆ ਜਾਵੇ। ਲੰਗਰ ਪਾਣੀ ਛਕਣ ਤੋਂ ਬਾਅਦ ਕਰਮ ਸਿੰਘ ਆਥਣ ਦੀ ਅਰਦਾਸ ਵਿੱਚ ਹਾਜ਼ਰ ਹੋ ਗਿਆ। ਮੱਥਾ ਟੇਕਣ ਵੇਲੇ ਸ਼ਰਧਾ ਨਾਲ ਹਲਦੀ ਵਾਲਾ 100 ਰੁਪਏ ਦਾ ਨੋਟ ਗੋਲਕ ਦੀ ਤਰੇੜ ਵਿੱਚ ਹੌਲੇ ਜਿਹੇ ਖਿਸਕਾ ਦਿੱਤਾ। ਸਾਰੇ ਆ ਕੇ ਦਰਬਾਰ ਹਾਲ ਦੇ ਕਮਰਿਆਂ ਵਿੱਚ ਪਏ ਗੱਦਿਆਂ ਉੱਪਰ ਸੌਂ ਗਏ। ਹੁਣ ਮੈਂ ਗੁਰਦੁਆਰਾ ਸਾਹਿਬ ਅੰਦਰ ਗੁਰੂ ਦੀ ਗੋਲਕ ਅੰਦਰ ਬੜੀ ਹੀ ਸ਼ਰਧਾ ਨਾਲ ਪਹੁੰਚੇ ਆਪਣੇ ਭੈਣਾਂ ਭਰਾਵਾਂ ਵਿੱਚ 1 ਫੁੱਟ ਉੱਚੀ ਤਹਿ ਉੱਪਰ ਆਉਣ ਵਾਲੇ ਸਮੇਂ ਦੀ ਆਹਟ ਮਹਿਸੂਸ ਕਰਨ ਲਈ ਸਭ ਦੇ ਉੱਪਰ ਬੈਠਾ ਸੀ। ਗੁਰੂ ਘਰ ਦੀ ਛੱਤ ਵਿੱਚ ਲੱਗੇ ਦੁਧੀਆ ਛੋਟੇ ਛੋਟੇ ਲਾਟੂ ਨੁਮਾ ਬੱਲਬ ਜਗ ਰਹੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਤੋਖ ਕੇ ਰਹਿਤ ਮਰਜ਼ਾਦਾ ਅਨੁਸਾਰ ਗੁਰਦੁਆਰਾ ਸਾਹਿਬ ਦੀ ਉੱਪਰਲੀ ਛੱਤ ਤੇ ਬਣੇ ਸੁੱਖ ਆਸਣ ਵਾਲੇ ਕਮਰੇ ਵਿੱਚ ਦਿਨ ਸੁੱਖਾਂ ਨਾਲ ਬਤੀਤ ਹੋਇਆ ਹੈ, ਰਾਤ ਵੀ ਸੁੱਖਾਂ ਨਾਲ ਬਤੀਤ ਹੋਵੇ। ਨਗਰ ਖੇੜੇ ਉੱਪਰ ਚੜ੍ਹਦੀ ਕਲਾ ਰੱਖਣਾ। 4 ਪਹਿਰ ਵਿਸ਼ਰਾਮ ਦੀ ਆਗਿਆ ਲੈ ਕੇ ਝਿਲਮਿਲ ਕਰਦੇ ਪਰਦਿਆਂ ਵਾਲੇ ਕਮਰੇ ਵਿੱਚ ਮੋਟੇ ਮੁਲਾਇਮ ਕੰਬਲ ਵਿੱਚ ਸਜਾ ਦਿੱਤਾ ਗਿਆ। ਗੁਰੂ ਦੀ ਗੋਲਕ ਅੰਦਰ ਧਾਰਮਿਕ ਸ਼ਰਧਾ ਨਾਲ ਭਰਪੂਰ ਮੇਰੇ ਸਾਰੇ ਭੈਣ ਭਰਾ ਆਪਸ ਵਿੱਚ ਇੱਕ ਦੂਜੇ ਨੂੰ ਆਪਣੀਆਂ ਆਪਣੀਆਂ ਕਹਾਣੀਆਂ ਸੁਣਾ ਰਹੇ ਸਨ। ਸਵੇਰੇ 3:30 ਵਜੇ ਅਚਾਨਕ ਦਰਬਾਰ ਸਾਹਿਬ ਦਾ ਪਿਛਲਾ ਦਰਵਾਜ਼ਾ ਹੌਲੀ ਹੌਲੀ ਖੁੱਲ੍ਹਿਆ। ਛੱਤ ਵਿੱਚ ਲੱਗੇ ਹੋਏ ਸਾਰੇ ਦੁਧੀਆ ਬਲਬ ਬੰਦ ਹੋ ਗਏ। ਇੱਕ ਛੋਟੀ ਜਿਹੀ ਟਾਰਚ ਗੋਲਕ ਉੱਪਰ ਆ ਕੇ ਰੁਕ ਗਈ। ਕੋਈ ਪਤਲੀ ਅਤੇ ਤਿੱਖੀ ਧਾਰ ਵਾਲੀ ਕਿਰਪਾਨ ਸਾਡੇ ਢੇਰ ਵਿੱਚ ਘੁੰਮਣ ਲੱਗੀ। ਬਾਹਰ ਆਈ, ਫਿਰ ਕਿਸੇ ਗੂੰਦ ਨਾਲ ਲਿਬੜ ਕੇ ਦੁਬਾਰਾ ਫਿਰ ਅੰਦਰ। ਮੈਂ ਪਹਿਲੀ ਵਾਰ ਹੀ ਕਿਰਪਾਨ ਨਾਲ ਚਿਪਕ ਗਿਆ। ਫਿਰ ਬੜੀ ਸਾਵਧਾਨੀ ਨਾਲ ਬਾਹਰ ਖਿੱਚ ਲਿਆ ਗਿਆ। ਫਿਰ ਥੋੜ੍ਹੀ ਗੂੰਦ ਜਿਹੀ ਹੋਰ ਲਗਾਈ ਗਈ। ਫਿਰ 2-3 ਨੋਟ ਹੋਰ ਹਰ ਵਾਰ ਬਾਹਰ ਆ ਜਾਂਦੇ। ਇਸ ਤਰ੍ਹਾਂ ਅੱਧਾ ਘੰਟਾ ਕਾਰਵਾਈ ਚੱਲਦੀ ਰਹੀ। ਸਾਰੇ ਨੋਟਾਂ ਨੂੰ ਚਿੱਟੇ ਕੱਪੜੇ ਨਾਲ ਸਾਫ਼ ਕਰਕੇ ਸੱਜੇ ਗੀਜੇ ਵਿੱਚ ਪਾਇਆ ਗਿਆ। ਜਦੋਂ ਟਾਰਚ ਦੀ ਲਾਈਟ ਇੱਧਰ ਉੱਧਰ ਗੋਲਕ ਕੋਲ ਘੁੰਮ ਰਹੀ ਸੀ ਤਾਂ ਇੱਕ ਹਲਦੀ ਵਾਲਾ 100 ਰੁਪਏ ਦਾ ਨੋਟ ਹੋਰ ਮਿਲ ਗਿਆ, ਜਿਸ ਨੂੰ ਜਲਦੀ ਨਾਲ ਉਸ ਨੂੰ ਸਾਹਮਣੇ ਵਾਲੀ ਜੇਬ ਵਿੱਚ ਹੀ ਪਾ ਲਿਆ ਗਿਆ। ਥੋੜ੍ਹੀ ਹੀ ਦੇਰ ਬਾਅਦ ਟਾਰਚ ਲਾਈਟ ਬੰਦ ਹੋ ਗਈ ਅਤੇ ਦੁਧੀਆ ਬਲਬ ਫਿਰ ਚਮਕਣ ਲੱਗ ਪਏ। ਪਿਛਲਾ ਦਰਵਾਜ਼ਾ ਬੰਦ ਹੋ ਗਿਆ ਸੀ। ਵਾਪਸ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਬਣੇ ਆਪਣੇ ਕਮਰੇ ਵਿੱਚ ਪਹੁੰਚ ਕੇ ਗੀਜੇ ਵਿੱਚੋਂ ਨੋਟਾਂ ਦੀ ਮੁੱਠੀ ਭਰ ਕੇ ਆਪਣੇ ਟਰੰਕ ਵਿੱਚ ਰੱਖ ਕੇ ਬਾਬਾ ਜੀ ਨੀਂਦ ਦੀ ਇੱਕ ਝਪਕੀ ਹੋਰ ਲੈਣ ਲੱਗ ਪਏ, ਕਿਉਂਕਿ 5:15 ਵਜੇ ਸੰਗਤ ਦੇ ਆਉਣ ਤੋਂ ਪਹਿਲਾਂ ਨਿਤਨੇਮ ਦਾ ਪਾਠ ਵੀ ਕਰਨਾ ਸੀ। 6 ਵਜੇ ਕਰਮ ਸਿੰਘ ਹੋਰੀ ਸਵੇਰ ਦੀ ਚਾਹ ਨਾਲ ਇੱਕ ਮਿੱਠਾ ਪ੍ਰਸ਼ਾਦਾ ਛਕ ਕੇ ਮੱਥਾ ਟੇਕ ਕੇ ਆਪਣੇ ਪਿੰਡ ਵੱਲ ਰਵਾਨਾ ਹੋ ਗਏ। ਬਾਬਾ ਜੀ ਸਵੇਰ ਦੀ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਤੋਂ ਬਾਅਦ ਵਾਪਸ ਆਪਣੇ ਕਮਰੇ ਵਿੱਚ ਆ ਗਏ। ਮੈਂ ਅਜੇ ਵੀ ਬਾਬਾ ਜੀ ਦੀ ਸਾਹਮਣੀ ਜੇਬ ਵਿੱਚ ਹੀ ਸੀ। 3-4 ਖਾਲਸੇ ਵੀਰ ਪਹਿਲਾਂ ਹੀ ਕਮਰੇ ਵਿੱਚ ਬੈਠੇ ਸੀ। ਪੀਲੇ ਪਟਕੇ ਵਾਲੇ ਭਾਈ ਜੀ ਕਹਿ ਰਹੇ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਬੜੀ ਧੂਮਧਾਮ ਨਾਲ ਮਨਾਉਣਾ ਹੈ। ਦੂਸਰਾ ਦੀਪਾ ਖੁੱਲ੍ਹੀ ਦਾੜੀ ਵਾਲਾ ਵੀਰ ਬੋਲਿਆ, ਕੈਨੇਡਾ ਅਤੇ ਯੂਕੇ ਦੀ ਸੰਗਤ ਨੇ ਕਿਹਾ ਹੈ ਕਿ ਫੰਡ ਦੀ ਕਮੀ ਨਹੀਂ ਰਹਿਣ ਦੇਵਾਂਗੇ, ਪਰ ਹਰ ਪਿੰਡ ਅਤੇ ਸ਼ਹਿਰ ਵਿੱਚ ਰੈਫਰੈਂਡਮ ਦੀ ਆਵਾਜ਼ ਗੂੰਜਣੀ ਚਾਹੀਦੀ ਹੈ। ਫਿਰ ਉਸਨੇ ਇੱਕ ਚਿੱਠੀ ਪੜ੍ਹ ਕੇ ਸੁਣਾਈ ਜੋ NRI ਵੀਰ ਲੈ ਕੇ ਆਏ ਸੀ। ਸਿੰਘੋ, ਪੰਜਾਬੀਓ, ਖਾਲਸਿਓ, ਜੋ ਕੰਮ ਸੰਤ ਜੀ ਅਧੂਰਾ ਛੱਡ ਗਏ ਸਨ, ਹੁਣ ਉਸ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਚਿੱਠੀ ਪੜ੍ਹਦੇ ਪੜ੍ਹਦੇ ਖਾਲਸਾ ਜੀ ਕਦੀ ਭਾਵੁਕ ਵੀ ਹੋ ਜਾਂਦੇ। ਚਿੱਠੀ ਵਿੱਚ ਲਿਖੇ ਵਿਚਾਰ ਸੁਣ ਕੇ ਸਾਰੇ ਹਾਂ ਵਿੱਚ ਹਾਂ ਮਿਲਾ ਰਹੇ ਸਨ। ਬਾਬਾ ਜੀ ਨੂੰ ਵੀ ਪੁੱਛਿਆ ਗਿਆ
ਗ੍ਰੰਥੀ ਜੀ ਨੇ ਵੀ ਬੜੇ ਜੋਸ਼ ਨਾਲ ਤਕਰੀਰ ਨੂੰ ਮਨਜ਼ੂਰੀ ਦੇ ਦਿੱਤੀ। ਪਰ ਸ਼ਕਲ ਤੋਂ ਰੰਗਰੇਟਾ ਸਿੰਘ ਜਾਪਦਾ ਮਨਜੀਤ ਸਿੰਘ ਤੈਸ਼ ਵਿੱਚ ਆ ਗਿਆ ਅਤੇ ਬੋਲਿਆ, ਖਾਲਸਾ ਜੀ, ਹਾਂ ਤਾਂ ਮੈਂ ਵੀ ਗੁਰੂ ਰੂਪ ਸੰਗਤ ਦੇ ਨਾਲ ਹੀ, ਪਰ ਆਪਾਂ ਨੂੰ ਇੱਕ ਵਾਰੀ ਹੋਰ ਵਿਚਾਰ ਕਰ ਲੈਣੀ ਚਾਹੀਦੀ ਹੈ। 1984 ਦੇ ਜ਼ਖਮ ਅਜੇ ਭਰੇ ਨਹੀਂ। ਪੰਜਾਬ ਤੋਂ ਬਾਹਰਲੇ ਸ਼ਹਿਰਾਂ ਵਿੱਚ ਦੰਗਾ ਪੀੜਤਾਂ ਦੀ ਦੂਜੀ ਪੀੜ੍ਹੀ ਅਜੇ ਤੱਕ ਠੀਕ ਢੰਗ ਨਾਲ ਆਪਣੇ ਪੈਰਾਂ ਉੱਪਰ ਖੜੀ ਨਹੀਂ ਹੋ ਸਕੀ। ਦੀਪਾ ਫਿਰ ਬੋਲਿਆ, ਆਜ਼ਾਦੀ ਲਈ ਕੁਰਬਾਨੀਆਂ ਅਤੇ ਦੁੱਖ ਤਕਲੀਫਾਂ ਤਾਂ ਸਹਿਣੀਆਂ ਹੀ ਪੈਂਦੀਆਂ ਨੇ ਖਾਲਸਾ ਜੀ। ਜੇਕਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਸ ਤਰ੍ਹਾਂ ਦੀ ਸੋਚ ਹੁੰਦੀ ਤਾਂ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਕਸ਼ਮੀਰ ਤੋਂ ਮੁਲਤਾਨ ਤੱਕ ਕਦੇ ਨਾ ਲਹਿਰਾਉਂਦਾ। ਮਨਜੀਤ ਤੋਂ ਹੁਣ ਰੁਕਿਆ ਨਾ ਗਿਆ। ਰਣਜੀਤ ਸਿੰਘ ਦਾ ਰਾਜ ਇੱਕ ਵਿਸ਼ਾਲ ਇਲਾਕੇ ਉੱਪਰ ਫੈਲਿਆ, ਇਹ ਬਿਲਕੁਲ ਠੀਕ ਅਤੇ ਸੱਚ ਹੈ, ਕਿਉਂਕਿ ਉਸ ਰਾਜ ਵਿੱਚ ਹਰ ਇੱਕ ਦੀ ਇੱਜ਼ਤ ਸੀ। ਕਾਬਲੀਅਤ ਦੇ ਦਮ ਉੱਪਰ ਖਾਲਸੇ ਪਿਆਦੇ ਤੋਂ ਜਰਨੈਲ ਤੱਕ ਬਣੇ। ਰੰਗਰੇਟੇ ਹਰ ਸਮੇਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਸੀ। ਬਾਹਰੋਂ ਆਵਾਜ਼ ਆਈ ਕਿ ਸਰਪੰਚ ਸਾਹਿਬ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਦਰਬਾਰ ਹਾਲ ਵਿੱਚ ਸਾਰਿਆਂ ਨੂੰ ਬੁਲਾ ਰਹੇ ਹਨ। ਗੁਰੂ ਫਤਿਹ ਬੁਲਾਉਣ ਤੋਂ ਬਾਅਦ ਸਾਰੇ ਦਰਬਾਰ ਹਾਲ ਵਿੱਚ ਬੈਠ ਗਏ। ਸਰਪੰਚ ਸਾਹਿਬ ਨੇ ਕਿਹਾ ਕਿ NRI ਵੀਰ ਗੁਰਦੀਪ ਦੀਪਾ ਗੱਲ ਸ਼ੁਰੂ ਕਰੇ। ਦੀਪਾ ਮਨਜੀਤ ਵੱਲ ਦੇਖਦੇ ਹੋਏ ਬੋਲਿਆ, ਸਰਪੰਚ ਸਾਹਿਬ, ਗੱਲ ਤਾਂ ਅਸੀਂ ਸ਼ੁਰੂ ਕਰ ਰੱਖੀ ਸੀ, ਪਰ ਆਪਣੇ ਮਨਜੀਤ ਨੂੰ ਜਚੀ ਨਹੀਂ। ਸਰਪੰਚ ਸਾਹਿਬ, ਹਾਂ ਭਾਈ ਮਨਜੀਤ, ਚਲੋ ਪਹਿਲਾਂ ਤੁਸੀਂ ਦੱਸੋ। ਮਨਜੀਤ, ਖਾਲਸਾ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਆਪਾਂ ਸਭ ਨੂੰ ਰਲ ਕੇ ਬੜੀ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ। NRI ਭਰਾਵਾਂ ਦਾ ਵੀ ਸਵਾਗਤ ਹੈ। ਸਰਪੰਚ, ਇਹੀ ਗੱਲਾਂ ਤਾਂ ਆਪਾਂ ਕਰਨੀਆਂ ਸੀ, ਇਸ ਵਿੱਚ ਨਾ ਜਚਣ ਵਾਲੀ ਕਿਹੜੀ ਗੱਲ ਹੋਈ? ਗ੍ਰੰਥੀ ਜੀ ਨੇ ਵੀ ਹਾਂ ਵਿੱਚ ਹਾਂ ਮਿਲਾਈ। ਹਾਂਜੀ ਠੀਕ ਹੈ, ਗੁਰਪੁਰਬ ਦੀ ਤਿਆਰੀ ਲਈ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੇਵਾ ਸਿੰਘ ਨੇ ਕਿਹਾ ਕਿ ਮਨਜੀਤ, ਇਹੀ ਵਿਚਾਰਾਂ ਤਾਂ ਆਪਾਂ ਕਰਨੀਆਂ ਹਨ, ਫਿਰ ਰੌਲਾ ਕਿਸ ਗੱਲ ਦਾ? ਮਨਜੀਤ, ਤਾਇਆ ਜੀ, ਗੱਲ ਕੁਝ ਹੋਰ ਹੈ। ਕੁਝ ਬਰਸਾਤੀ ਡੱਡੂ 7 ਸਮੁੰਦਰ ਪਾਰ ਕਰਕੇ ਇੱਥੇ ਘੁੱਗ ਵਸਦੇ ਪੰਜਾਬ ਅੰਦਰ ਫਿਰ ਦੁਆਰਾ 1984 ਦੁਹਰਾਉਣਾ ਚਾਹੁੰਦੇ ਹਨ। ਰੈਫਰੈਂਡਮ ਦੀ ਗੱਲ ਗੁਰਪੁਰਬ ਨਾਲ ਜੋੜਨੀ ਨਹੀਂ ਚਾਹੀਦੀ। NRI ਵੀਰ ਦੀਪੇ ਦੇ ਜੋਸ਼ ਵਿੱਚ ਆਉਣ ਤੋਂ ਪਹਿਲਾਂ ਮਨਜੀਤ ਨੇ ਖੜਾ ਹੋ ਕੇ ਬੋਲਣਾ ਸ਼ੁਰੂ ਕਰ ਦਿੱਤਾ। ਇਤਿਹਾਸ ਨੂੰ ਜਾਣੋ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਬਾਹ ਕਿਉਂ ਹੋਇਆ? ਕੀ ਕੋਈ ਰਣਜੀਤ ਸਿੰਘ ਦੇ ਰਾਜ ਨੂੰ ਤਬਾਹ ਕਰਨ ਵਾਲੇ ਗਦਾਰਾਂ ਦੇ ਨਾਮ ਜਾਣਦਾ ਹੈ? ਫਿਰ ਕੀ 1947 ਵੇਲੇ ਅੱਧਾ ਪੰਜਾਬ ਮਨਜ਼ੂਰ ਕਰਨ ਵਾਲਿਆਂ ਨੂੰ ਵਧਾਈ ਦੇਣੀ ਬਣਦੀ ਹੈ? ਰਹਿੰਦੀ ਕਸਰ ਅਕਾਲੀ ਲੀਡਰਾਂ ਨੇ ਹਰਿਆਣਾ ਬਣਾਉਣ ਵੇਲੇ ਪੂਰੀ ਕਰ ਦਿੱਤੀ ਕਿ ਡੱਬ ਵਾਲੀ ਸਿਰਸਾ, ਅੰਬਾਲਾ, ਪਿਹੋਵਾ, ਚੀਕਾ ਅਤੇ ਜਾਖਲ ਵੀ ਹਰਿਆਣੇ ਲਈ ਛੱਡ ਦਿੱਤੇ। ਹੁਣ ਚੰਗਾ ਇਹੀ ਹੈ ਕਿ ਪਠਾਨਕੋਟ ਤੋਂ ਸਰਦੂਲਗੜ੍ਹ ਤੱਕ ਦੇ ਪੰਜਾਬ ਨੂੰ ਹੀ ਆਪਾਂ ਸੰਭਾਲ ਲਈਏ ਤਾਂ ਚੰਗੀ ਗੱਲ ਹੈ। ਸੁਪਨੇ ਦਿਖਾ ਕੇ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਪਹਿਲਾਂ ਸੰਗਤ ਨੂੰ ਇਹ ਦੱਸਣ ਕਿ ਖਾਲਸਾ ਰਾਜ ਤੋਂ ਪਹਿਲਾਂ ਆਪਾਂ ਆਪਣੇ ਪਿੰਡਾਂ ਵਿੱਚ ਇੱਕ ਪਿੰਡ ਇੱਕ ਗੁਰੂ ਘਰ ਜਾਂ ਇੱਕ ਪਿੰਡ ਇੱਕ ਸ਼ਮਸ਼ਾਨ ਘਾਟ ਬਣਾ ਸਕੇ ਹਾਂ, ਕਿ ਨਵੇਂ ਖਾਲਸਾ ਰਾਜ ਵਿੱਚ ਵੀ ਹਰ ਪਿੰਡ ਵਿੱਚ 4-4 ਗੁਰੂ ਘਰ ਅਤੇ 4-4 ਸ਼ਮਸ਼ਾਨ ਘਾਟ ਹੀ ਹੋਣਗੇ। ਖਾਲਸਾ ਰਾਜ ਦੀ ਰੂਪ ਰੇਖਾ ਬਣਾਉਣ ਤੋਂ ਪਹਿਲਾਂ ਕੀ ਆਪਾਂ ਆਪਣੇ ਸਿੱਖ ਸਮਾਜ ਨੂੰ ਕੋਈ ਧਾਰਮਿਕ ਸੇਧ ਦੇ ਸਕੇ? ਜੇਕਰ ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਵਿੰਗ ਇਮਾਨਦਾਰੀ ਨਾਲ ਕੰਮ ਕਰੇ ਤਾਂ ਸਿੱਖਾਂ ਦੇ ਬੱਚੇ ਅਤੇ ਬੱਚੀਆਂ ਸਿੱਖੀ ਸਰੂਪ ਧਾਰਨ ਨਾ ਕਰਨ। ਈਸਾਈ ਮਿਸ਼ਨਰੀ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਬਾਈਬਲ ਦੀਆਂ ਛੋਟੀਆਂ-ਛੋਟੀਆਂ ਬੁੱਕਲੈਟਸ ਨੂੰ ਮੁਫਤ ਜੰਗਲਾਂ ਪਹਾੜਾਂ ਵਿੱਚ ਘਰੋਂ ਘਰੀ ਪਹੁੰਚਾ ਦਿੰਦੇ ਨੇ। ਸਿੱਖ ਧਰਮ ਦਾ ਫਰੀ ਲਿਟਰੇਚਰ ਘਰੋਂ ਘਰੀ ਜਾਂ ਸਕੂਲਾਂ ਵਿੱਚ ਕਿਉਂ ਨਹੀਂ ਮਿਲਦਾ? ਕੀ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਸੰਸਥਾਨਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਕੋਈ ਸੀਟਾਂ ਰਾਖਵੀਆਂ ਹਨ? ਸਭ ਅਮੀਰਾਂ ਦੇ ਬੱਚੇ ਹੀ ਦਾਖਲ ਕੀਤੇ ਜਾਂਦੇ ਨੇ। ਜੇਕਰ ਕੁਝ ਜਾਤੀ ਵਿਸ਼ੇਸ਼ ਦੇ ਲੋਕਾਂ ਨੂੰ ਸ਼ੁਰੂ ਤੋਂ ਹੀ ਗੁਰੂ ਘਰਾਂ ਵਿੱਚ ਬਣਦੀ ਇੱਜ਼ਤ ਮਿਲੀ ਹੁੰਦੀ ਤਾਂ ਉਹ ਦੇਹਧਾਰੀ ਸਾਧਾਂ ਦੇ ਡੇਰਿਆਂ ਤੇ ਜਾ ਕੇ ਮਾਣ ਮਹਿਸੂਸ ਕਿਉਂ ਕਰਦੇ? ਵੱਖਰੇ ਖਾਲਸਾ ਰਾਜ ਦੇ ਸੁਪਨੇ ਲੈਣ ਵਾਲਿਓ, ਸਾਨੂੰ ਸਿੱਖਾਂ ਨੂੰ ਕਿਹੜੀ ਇੱਜ਼ਤ ਨਹੀਂ ਮਿਲੀ ਭਾਰਤ ਦੇਸ਼ ਵਿੱਚ ਰਹਿੰਦੇ ਹੋਏ? ਭਾਰਤ ਦਾ ਰਾਸ਼ਟਰਪਤੀ ਸਿੱਖ, ਪ੍ਰਧਾਨ ਮੰਤਰੀ ਸਿੱਖ, ਤਿੰਨੋਂ ਸੈਨਾਵਾਂ ਦੇ ਜਰਨੈਲ ਸਿੱਖ, ਚੀਫ ਇਲੈਕਸ਼ਨ ਕਮਿਸ਼ਨ ਸਿੱਖ, ਭਾਰਤੀ ਫੌਜ ਦੀ ਸਭ ਤੋਂ ਵੱਡੀ ਨਫਰੀ ਸਿੱਖ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਅਤੇ ਢਾਬੇ ਚਲਾ ਸਕਦੇ ਹਨ। ਇਕੱਲੇ ਕਣਕ ਅਤੇ ਚੌਲਾਂ ਨਾਲ ਪੂਰੀਆਂ ਨਹੀਂ ਪੈਣੀਆਂ। ਮਸ਼ੀਨਰੀ, ਤੇਲ, ਗੈਸ, ਕੋਲਾ, ਲੋਹਾ, ਚਾਹ ਪੱਤੀ, ਨਾਰੀਅਲ, ਸੇਬ, ਮਸਾਲੇ, ਹੋਰ ਵੀ ਬਹੁਤ ਕੁਝ ਚਾਹੀਦਾ ਹੈ ਅਰਥ ਵਿਵਸਥਾ ਕਾਇਮ ਰੱਖਣ ਲਈ।
ਜੇਕਰ ਫਿਰ ਵੀ ਕੁਝ ਵਿਦੇਸ਼ੀ ਧਰਤੀ ਦੇ ਗੁਲਾਮ ਮੇਰੇ ਸੁਖੀ ਵਸਦੇ ਪੰਜਾਬ ਅੰਦਰ ਅੱਗ ਲਾਉਣੀ ਚਾਹੁੰਦੇ ਹਨ ਤਾਂ ਇਸ ਵਾਰ ਫੈਸਲਾ ਹੋ ਕੇ ਰਹੇਗਾ। ਅਸੀਂ ਵੀ ਤਿਆਰ ਹਾਂ ਬਾਬਾ ਸੰਗਤ ਸਿੰਘ ਬਣਨ ਲਈ, ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਜਦੋਂ ਮੁਗਲਾਂ ਨੇ ਘੇਰਾ ਪਾਇਆ ਸੀ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਸਜਾ ਕੇ ਆਪਣੀ ਜਾਨ ਤੇ ਖੇਡ ਕੇ ਸ਼ਹੀਦੀ ਦਿੱਤੀ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਸਹੀ ਸਲਾਮਤ ਗੜੀ ਵਿੱਚੋਂ ਬਾਹਰ ਭੇਜ ਦਿੱਤਾ ਸੀ। ਅਸੀਂ ਵੀ ਤਿਆਰ ਹਾਂ ਬਾਬਾ ਜੀਵਨ ਸਿੰਘ ਜੀ ਬਣਨ ਲਈ, ਜੋ 9ਵੇਂ ਗੁਰੂ ਸਾਹਿਬ ਦਾ ਸ਼ੀਸ਼ ਦਿੱਲੀ ਤੋਂ ਲੈ ਕੇ ਆਏ ਸੀ। ਅਸੀਂ ਵੀ ਤਿਆਰ ਹਾਂ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਬਣਨ ਲਈ, ਜਿਹੜੇ ਹਿੱਕਾਂ ਢਾਹ ਕੇ ਖੜੇ ਹੋ ਗਏ ਸਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਕਿ ਜੇਕਰ ਬੰਦੂਕ ਦੀ ਪਰਖ ਕਰਨੀ ਹੈ ਤਾਂ ਸਾਡੇ ਸਿਰਾਂ ਉੱਪਰ ਕਰੋ। ਅਸੀਂ ਵੀ ਤਿਆਰ ਹਾਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਬਣਨ ਲਈ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਹਿਆ ਸੀ। ਕਿਸੇ ਤੋਂ ਭੁੱਲਿਆ ਨਹੀਂ ਇਤਿਹਾਸ ਸਿਰਲੱਖ ਯੋਧੇ ਬਾਬਾ ਦੀਪ ਸਿੰਘ ਜੀ ਦਾ। ਅਸੀਂ ਤਿਆਰ ਹਾਂ ਭਾਈ ਬਚਿੱਤਰ ਸਿੰਘ ਜੀ ਬਣਨ ਲਈ, ਜੋ ਅਨੰਦਪੁਰ ਸਾਹਿਬ ਦਾ ਦਰਵਾਜ਼ਾ ਤੋੜਨ ਲਈ ਮੁਗਲਾਂ ਦੇ ਪਾਗਲ ਹਾਥੀ ਨਾਲ ਇਕੱਲੇ ਲੜੇ ਸੀ। ਜੇਕਰ ਕੋਈ ਸਾਡੇ ਪੰਜਾਬ ਨੂੰ ਨਜ਼ਰ ਲਗਾਏਗਾ ਤਾਂ ਸਾਨੂੰ ਬੇਅੰਤ ਸਿੰਘ ਤੇ ਸਤਵੰਤ ਸਿੰਘ ਬਣਨ ਤੋਂ ਵੀ ਕੋਈ ਗੁਰੇਜ਼ ਨਹੀਂ। ਬਾਕੀ ਸੰਗਤ ਦਾ ਹੁਕਮ ਸਿਰ ਮੱਥੇ, ਮੈਂ ਜੋ ਕਹਿਣਾ ਸੀ ਕਹਿ ਦਿੱਤਾ। NRI ਭਰਾਵਾਂ ਨੇ ਗੱਲ ਬਣਦੀ ਨਾ ਦੇਖ ਕੇ ਫਤਿਹ ਬੁਲਾਈ ਅਤੇ ਕਿਹਾ, ਜੋ ਕਮੇਟੀ ਦਾ ਫੈਸਲਾ ਹੋਏਗਾ ਸਾਨੂੰ ਦੱਸ ਦਿਓ, ਅਸੀਂ ਮਾਈਕ ਸਹਾਇਤਾ ਪਹੁੰਚਦੀ ਕਰ ਦੇਵਾਂਗੇ। ਸਰਪੰਚ ਸਾਹਿਬ ਨੇ ਵੀ ਗੱਲ ਅੱਗੇ ਤੋਰਨੀ ਠੀਕ ਨਾ ਸਮਝੀ ਅਤੇ ਕਿਹਾ, ਆਉਣ ਵਾਲੀ ਸੰਗਰਾਂਦ ਤੇ ਭੋਗ ਤੋਂ ਬਾਅਦ ਗੁਰਪੁਰਬ ਮਨਾਉਣ ਬਾਰੇ ਵਿਚਾਰ ਕਰਾਂਗੇ। ਸਾਰੇ ਆਪਣੇ ਆਪਣੇ ਘਰ ਨੂੰ ਚਲੇ ਗਏ। ਗ੍ਰੰਥੀ ਬਾਬਾ ਜੀ ਵੀ ਲਾਗਲੇ ਪਿੰਡ ਆਪਣੇ ਘਰ ਆਪਣੇ ਪਰਿਵਾਰ ਨੂੰ ਮਿਲਣ ਚਲੇ ਗਏ। ਆਪਣੇ ਕਮਰੇ ਵਾਲੇ ਟਰੰਕ ਵਿੱਚੋਂ ਘਰ ਨੂੰ ਲਿਜਾਣ ਵਾਲਾ ਸਾਰਾ ਸਮਾਨ ਨਾਲ ਲੈ ਲਿਆ। ਬਾਬਾ ਜੀ ਦੇ ਘਰ ਵਾਲੀ ਸਰਦਾਰਨੀ ਅਵਤਾਰ ਕੌਰ ਨੇ ਚਾਹ ਪਾਣੀ ਤੋਂ ਬਾਅਦ ਬਾਬਾ ਜੀ ਨੂੰ ਪੁੱਛਿਆ ਕਿ ਗਿਆਨੀ ਜੀ, 15 ਦਿਨ ਪਹਿਲਾਂ ਜੋ ਮੈਂ ਕੁਰੂਕਸ਼ੇਤਰ ਹਰਿਦੁਆਰ ਧਾਰਮਿਕ ਯਾਤਰਾ 'ਤੇ ਜਾਣ ਵਾਲੀ ਬੱਸ ਦੀ ਸੀਟ ਬੁੱਕ ਕਰਵਾਈ ਸੀ, ਉਹ ਕੱਲ੍ਹ ਨੂੰ ਸਵੇਰੇ 8 ਵਜੇ ਚੱਲੇਗੀ। ਮੈਨੂੰ ਖਰਚੇ ਲਈ ਕੁਝ ਮਾਇਆਤਾ ਦੇ ਦਿਓ। ਦਿਮਾਗ ਖਰਾਬ ਹੋਇਆ ਤੇਰਾ? ਚੱਲੀਆ ਦੇਵੀਆਂ ਦੇ ਦਰਸ਼ਨ ਕਰਨ। ਜੇ ਜਾਣਾ ਹੀ ਸੀ ਤਾਂ ਅਨੰਦਪੁਰ ਸਾਹਿਬ, ਪੌਂਟਾ ਸਾਹਿਬ, ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਦੀ। ਘਰ ਦਾ ਖਰਚਾ ਗੁਰੂ ਘਰਾਂ ਦੀ ਸੇਵਾ ਕਰਕੇ ਚਲਾਉਂਦੇ ਹਾਂ, ਇਹ ਚੱਲੀਆ ਮੰਦਰਾਂ 'ਚ ਦਾਨ ਕਰਨ। ਅਵਤਾਰ ਕੌਰ ਗੁੱਸੇ ਨਾਲ, ਜੇ ਨਹੀਂ ਦੇਣੇ 4 ਛਿੱਲੜ ਨਾ ਦਿਓ, ਮੈਂ ਜਾ ਕੇ ਸੀਟ ਹੀ ਕੈਂਸਲ ਕਰਵਾ ਦਿੰਦੀ ਹਾਂ। ਸਿੱਖ ਇਤਿਹਾਸ ਨਾਲ ਸੰਬੰਧਿਤ ਸਾਰੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਮੈਂ ਸੋਚਿਆ ਇਸ ਵਾਰੀ ਸ਼ਕੁੰਤਲਾ ਤੇ ਪਾਰਵਤੀ ਨਾਲ ਹਰਿਦੁਆਰ ਹੀ ਜਾ ਆਉਂਦੇ ਹਾਂ। ਗਿਆਨੀ ਜੀ ਨੇ ਸੱਜੇ ਗੀਜੇ ਵਿੱਚੋਂ ਰੁੱਗ ਭਰ ਕੇ ਸਾਰੇ ਨੋਟ ਅਵਤਾਰ ਕੌਰ ਨੂੰ ਦੇ ਦਿੱਤੇ। ਗਿਣਨ ਤੋਂ ਬਾਅਦ ਬੋਲੀ, ਇਹ ਤਾਂ ਸਾਰੇ 4000 ਰੁਪਏ ਹੀ ਨੇ, ਤੇ ਆਹ 100 ਰੁਪਏ ਦਾ ਨੋਟ ਹਲਦੀ ਵਾਲਾ ਜੋ ਜੇਬ ਵਿੱਚੋਂ ਬਾਹਰ ਝਾਕ ਰਿਹਾ, ਇਹ ਵੀ ਦੇ ਦਿਓ। ਲੈ, ਇਹ ਵੀ ਲੈ ਲੈ। ਅਵਤਾਰ ਕੌਰ ਨੇ ਸਾਰੇ ਨੋਟ ਆਪਣੇ ਝੋਲੇ ਵਿੱਚ ਰੱਖ ਲਏ। ਹੁਣ ਆਪਾਂ ਵੀ ਹਰਿਦੁਆਰ ਦੀ ਯਾਤਰਾ 'ਤੇ ਜਾਵਾਂਗੇ। ਧੰਨਵਾਦ।